ਵਾਰ 18ਵੀਂ ਪੌੜੀ 16ਵੀਂ। ਸਾਧ ਸੰਗਤ ਕਰ ਸਾਧਨਾ, ਪਰਮ ਪਿਆਲਾ ਅਜਰ ਜਰਨਾ। ਪੈਰੀ ਪੈ ਪਾ ਖਾਕ ਹੋਏ, ਆਪ ਗਵਾਏ ਜੀਵੰਦਿਆ ਮਰਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਕਰ ਸਾਧਨਾ, ਪਰਮ ਪਿਆਲਾ ਅਜਰ ਜਰਨਾ। 16ਵੀਂ ਪੌੜੀ ਵਿੱਚ ਭਾਈ ਗੁਰਦਾਸ ਜੀ ਹੁਣ ਉਹਨਾਂ ਗੁਰਮੁਖਾਂ ਦਾ ਜੀਵਨ, ਉਹ ਗੁਰਮੁਖਾਂ ਦੀਆਂ ਬਰਕਤਾਂ ਨੂੰ ਦੱਸਦੇ ਹਨ। ਦੇਖੋ ਗੁਰਮੁਖ ਕੈਸੇ ਹੁੰਦੇ ਨੇ। ਗੁਰਮੁਖ ਜਿਹੜੇ ਗੁਰੂ ਦੀ ਆਗਿਆ ਵਿੱਚ ਰਹਿਣ ਵਾਲੇ, ਜੋ ਗੁਰੂ ਦੇ ਦੱਸੇ ਰਸਤੇ ਤੇ ਤੁਰਨ ਵਾਲੇ, ਜੋ ਗੁਰੂ ਦੀ ਮਰਿਆਦਾ ਨੂੰ ਮੰਨਣ ਵਾਲੇ, ਜੋ ਗੁਰਬਾਣੀ ਨੂੰ ਆਪਣਾ ਈਸ਼ਵਰ ਰੂਪ ਮੰਨਣ ਵਾਲੇ, ਗੁਰਬਾਣੀ ਨੂੰ ਆਪਣਾ ਪਰਮੇਸ਼ਰ ਮੰਨਣ ਵਾਲੇ, ਉਹ ਗੁਰਮੁਖਾਂ ਦਾ ਜੀਵਨ ਕੈਸਾ ਹੁੰਦਾ ਹੈ। ਉਹ ਆਪਣੇ ਜੀਵਨ ਵਿੱਚ ਕੀ ਕਰਦੇ ਹਨ ਤੇ ਉਹਨਾਂ ਨੂੰ ਕਿਹੜੀਆਂ ਪ੍ਰਾਪਤੀਆਂ ਹੁੰਦੀਆਂ ਹਨ ਤੇ ਉਹ ਕਿਹੜੇ ਜਿਹੜੇ ਹਨ ਆਨੰਦ ਵਿੱਚ ਰਹਿੰਦੇ ਹਨ, ਇਹ ਦਰਸਾਉਣ ਵਾਸਤੇ ਭਾਈ ਗੁਰਦਾਸ ਜੀ ਕਹਿੰਦੇ ਹਨ ਸਾਧ ਸੰਗਤ ਕਰ ਸਾਧਨਾ। ਦੇਖੋ ਸਾਧ ਸੰਗਤ ਵਿੱਚ ਜਾ ਕਰਕੇ ਉਹ ਸਾਧਨਾ ਕਰਦੇ ਹਨ, ਕਮਾਈ ਕਰਦੇ ਹਨ, ਉਹ ਸਾਧਨਾ ਸਾਧਦੇ ਹਨ। ਨਾਮ ਜਪਣ ਦੀ, ਬਾਣੀ ਪੜ੍ਹਨ ਦੀ, ਬਾਣੀ ਸੁਣਨ ਦੀ, ਕੀਰਤਨ ਕਰਨ ਦੀ, ਕੀਰਤਨ ਸੁਣਨ ਦੀ, ਕਥਾ ਕਰਨ ਦੀ, ਕਥਾ ਸੁਣਨ ਦੀ, ਉਹ ਐਸੇ ਜਿਹੜੇ ਹਨ ਉਹ ਸਾਧਨ ਕਰਦੇ ਹਨ। ਉਹ ਜਿਹੜੇ ਹਨ ਐਸੀਆਂ ਕਮਾਈਆਂ ਕਰਦੇ ਹਨ ਸਾਧ ਸੰਗਤ ਵਿੱਚ। ਫਿਰ ਹੱਥਾਂ ਪੈਰਾਂ ਦੇ ਨਾਲ ਉਹ ਜਿਹੜੇ ਹਨ ਸੇਵਾ ਕਰਦੇ ਹਨ ਗੁਰਸਿੱਖਾਂ ਦੀ। ਸੋ ਸਾਧ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰੂ ਕਾ ਮਨ ਮੰਨੈ। ਸੋ ਐਸੀ ਉਹ ਸੇਵਾ ਵੀ ਕਰਦੇ ਹਨ। ਸਤਿਗੁਰੂ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ। ਉਹ ਐਸੀ ਸੇਵਾ ਕਰਕੇ ਗੁਰਸੰਗਤਾਂ ਦੀ ਜਿਹੜੇ ਹਨ ਉਹਨਾਂ ਦੇ ਜੋੜੇ ਝਾੜਦੇ ਹਨ, ਧੂੜੀ ਮੱਥੇ ਨੂੰ ਲਾਉਂਦੇ ਹਨ ਤੇ ਐਸੀ ਭਾਵਨਾ ਰੱਖਦੇ ਹਨ। ਪਰਮ ਪਿਆਲਾ ਅਜਰ ਜਰਨਾ। ਪਰਮ ਪਿਆਲਾ, ਉਹ ਪਿਆਰੇ ਦਾ ਪਿਆਲਾ, ਅੰਮ੍ਰਿਤ ਰੂਪ ਨਾਮ ਜਿਹੜਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਬਖਸ਼ਿਸ਼ ਕੀਤਾ। ਫੇਰ ਜਿੰਨੀਆਂ ਬਰਕਤਾਂ ਉਹਨਾਂ ਵਿੱਚ ਆਉਂਦੀਆਂ ਨੇ, ਗੁਰਸਿੱਖਾਂ ਦੇ ਵਿੱਚ ਜਿਹੜੀਆਂ ਹਨ ਸ਼ਕਤੀਆਂ ਆ ਜਾਂਦੀਆਂ ਨੇ। ਉਹ ਨਾਮ ਦੀ ਬਰਕਤ ਹੈ, ਜਿਹਦੇ ਅੰਦਰ ਨਾਮ ਜਾਂਦਾ ਪਰਮਾਤਮਾ ਆਪ ਪ੍ਰਗਟ ਹੋ ਜਾਂਦੇ ਨੇ। ਜਿੱਥੇ ਪਰਮਾਤਮਾ ਹੋਵੇ ਰਿੱਧੀਆਂ ਸਿੱਧੀਆਂ ਜਿਹੜੀਆਂ ਹਨ ਪੈਰਾਂ ਵਿੱਚ ਆ ਜਾਂਦੀਆਂ ਨੇ। ਤੋ ਐਸਾ ਜਿਹੜਾ ਹੈ ਕਹਿਣ ਲੱਗੇ ਇਹਨਾਂ ਨੂੰ ਅਜਰ ਨੂੰ ਜਰਨਾ। ਭਾਵੇਂ ਸਾਰੀਆਂ ਸ਼ਕਤੀਆਂ ਅੰਦਰ ਹੋਣ, ਸਮਰਥਾ ਹੋਵੇ ਗੁਰਮੁਖ ਵਿੱਚ, ਗੁਰਸਿੱਖ ਵਿੱਚ, ਪਰ ਫਿਰ ਵੀ ਉਹਨਾਂ ਨੇ ਭਾਣੇ ਵਿੱਚ ਰਹਿਣਾ ਹੁੰਦਾ ਹੈ। ਇਹਨੂੰ ਕਹਿੰਦੇ ਅਜਰ ਨੂੰ ਜਰਨਾ ਹੈ। ਉਹ ਅਜਰ ਨੂੰ ਜਰ ਕੇ ਜਿਹੜਾ ਹਨ, ਦੇਖੋ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਵਿੱਚ ਕਿਹੜੀਆਂ ਸ਼ਕਤੀਆਂ ਨਹੀਂ ਸਨ, ਪਰ ਜਿੱਦਣ ਉਹਨਾਂ ਨੇ ਸ਼ਹੀਦੀ ਪ੍ਰਾਪਤ ਕਰਨੀ ਸੀ ਨਾ, ਉਹਨਾਂ ਨੇ ਇਹ ਸ਼ਕਤੀਆਂ ਦੀ ਵਰਤੋਂ ਨਹੀਂ ਕੀਤੀ। ਅਜਰ ਨੂੰ ਜਰਿਆ। ਜੇ ਅੱਖਾਂ ਵਿੱਚ ਜਿਹੜੇ ਹਨ ਲੋਹਾ ਜਿਹੜਾ ਹੈ ਸਰੀਏ ਤੱਤੇ ਕਰਕੇ ਵੀ ਲਾਏ, ਉਹਨਾਂ ਨੇ ਉਹ ਵੀ ਕਬੂਲ ਕੀਤੇ। ਜੇ ਜਮੂਰਾਂ ਦੇ ਨਾਲ ਉਹਨਾਂ ਦਾ ਮਾਸ ਖਿੱਚਿਆ ਗਿਆ, ਉਹ ਵੀ ਕਬੂਲ ਕੀਤਾ। ਜੇ ਉਹਨਾਂ ਦੇ ਬੱਚੇ ਦਾ ਦਿਲ ਕੱਢ ਕੇ ਵੀ ਉਹਨਾਂ ਦੇ ਮੂੰਹ ਵਿੱਚ ਪਾਇਆ, ਉਹ ਵੀ ਉਹਨਾਂ ਨੇ ਕਬੂਲ ਕੀਤਾ। ਉਹਨਾਂ ਨੇ ਜਿਹੜਾ ਹੈ ਇਹ ਇਮਤਿਹਾਨ ਨੂੰ ਪਾਸ ਕੀਤਾ ਕਿ ਹੇ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ, ਮੈਂ ਤੇਰੇ ਭਾਣੇ ਵਿੱਚ ਹਾਂ, ਤੇਰੀ ਖੁਸ਼ੀ ਵਿੱਚ ਹਾਂ। ਉਹ ਜਿਹੜਾ ਹਨ ਐਗਜ਼ਾਮ ਨੂੰ ਫੇਲ ਨਹੀਂ ਹੁੰਦੇ। ਐਸੀ ਬਰਕਤ ਹੈ ਗੁਰਬਾਣੀ ਵਿੱਚ, ਐਸੀ ਬਰਕਤ ਹੈ ਗੁਰੂ ਦੇ ਪਿਆਰ ਵਿੱਚ, ਕਿਉਂਕਿ ਗੁਰੂ ਦਾ ਪਿਆਰ ਏਡਾ ਵੱਡਾ ਹੈ ਜਿਹਦੇ ਅੱਗੇ ਹਰ ਇੱਕ ਦੁੱਖ ਛੋਟਾ ਪੈ ਜਾਂਦਾ ਹੈ। ਇਹ ਅਜਰ ਨੂੰ ਜਰਦੇ ਹਨ ਗੁਰਸਿੱਖ। ਪੈਰੀ ਪੈ ਪਾ ਖਾਕ ਹੋਏ। ਦੇਖੋ ਪੈਰੀ ਪੈ, ਗੁਰੂ ਸਤਿਗੁਰਾਂ ਦੇ ਪੈਰੀ ਪੈਂਦੇ ਨੇ, ਮੱਥਾ ਟੇਕਦੇ ਨੇ, ਸੰਗਤਾਂ ਦੀ ਧੂੜੀ ਬਣ ਕੇ ਆਪਣਾ ਜੀਵਨ ਬਤੀਤ ਕਰਦੇ ਨੇ। ਹੰਕਾਰ ਨਹੀਂ ਕਰਦੇ, ਨਿਮਰਤਾ ਵਿੱਚ ਰਹਿੰਦੇ ਹਨ। ਜੇ ਕੋਈ ਉਲਟਾ ਸਿੱਧਾ ਬੋਲ ਵੀ ਜਾਂਦਾ ਤਾਂ ਵੀ ਸਹਾਰਦੇ ਹਨ, ਉਹਨੂੰ ਵੀ ਜਰ ਲੈਂਦੇ ਹਨ। ਸੋ ਐਸਾ ਜਿਹੜਾ ਹਨ ਭਾਵਨਾ ਬਣੀ ਰਹਿੰਦੀ ਗੁਰਸਿੱਖ ਦੀ। ਆਪ ਗਵਾਏ ਜੀਵੰਦਿਆ ਮਰਨਾ। ਦੇਖੋ ਆਪ ਗਵਾਏ, ਆਪਣੀ ਹਉਮੈ ਆਪਣੇ ਹੰਕਾਰ ਨੂੰ ਗਵਾ ਲੈਂਦੇ ਨੇ। ਸਭ ਕੁਝ ਗੁਰੂ ਨੂੰ ਹੀ ਸਮਝਦੇ ਹਨ, ਆਪਣੇ ਆਪ ਨੂੰ ਕੁਝ ਵੀ ਨਹੀਂ ਸਮਝਦੇ। ਆਪਣੇ ਆਪ ਨੂੰ ਕਹਿੰਦੇ ਹਨ ਵੀ ਜਿਹੜਾ ਹੈ ਮੈਂ ਨਹੀਂ, ਵੀ ਮੈਂ ਤਾਂ ਕੁਝ ਨਹੀਂ ਹਾਂ, ਪਾਤਸ਼ਾਹ ਤੂੰ ਸਭ ਕੁਝ ਹੈ, ਵੀ ਮੇਰੇ ਅੰਦਰ ਕੁਝ ਵੀ ਨਹੀਂ ਹੈ, ਮੈਂ ਕੁਝ ਵੀ ਨਹੀਂ ਕਰ ਸਕਦਾ। ਜਿਵੇਂ ਸਤਿਗੁਰਾਂ ਨੇ ਬਖਸ਼ੀ, ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਹੈ ਕਿ ਮਹਾਰਾਜ ਮੈਂ ਜਿਹੜਾ ਖਾਲਸਾ ਵੀ ਤੁਹਾਡਾ, ਜਿੱਤ ਵੀ ਤੁਹਾਡੀ ਹੈ। ਇਹਦੇ ਵਿੱਚ ਜਿਹੜਾ ਹਨ ਆਪ ਗਵਾਏ, ਆਪਣੇ ਆਪ ਨੂੰ ਗਵਾ ਲਿਆ। ਆਪ ਗਵਾਏ ਮੈਂ ਮਿਲਿਆ ਸੁਖ ਹੋਏ। ਸੋ ਦੇਖੋ ਐਸਾ ਜਿਹੜੀ ਹਨ ਭਾਵਨਾ ਨੂੰ ਗੁਰਸਿੱਖ ਰੱਖਦੇ ਹਨ। ਤੇ ਜੀਵੰਦਿਆਂ ਮਰਨਾ, ਉਹ ਜਿਉਂਦੇ ਜੀ ਆਪਣੇ ਹਉਮੈ
ਕਰਕੇ ਮਰੇ ਰਹਿੰਦੇ ਹਨ। ਉਹ ਜਿਉਂਦਿਆਂ ਜੀ ਸੰਸਾਰ ਦੇ ਵਿਸ਼ੇ ਵਿਕਾਰਾਂ ਵੱਲੋਂ ਮਰੇ ਰਹਿੰਦੇ ਹਨ। ਉਹ ਜਿਹੜੇ ਜਿਉਂਦੇ ਹਨ ਸਿਰਫ ਸਤਿਗੁਰਾਂ ਦੀ ਭਗਤੀ ਵਿੱਚ, ਸਤਿਗੁਰਾਂ ਦੇ ਮਾਰਗ ਤੇ ਚੱਲਣ ਵਾਸਤੇ ਉਹਨਾਂ ਨੇ ਪਹਿਲਾਂ ਹੀ ਜਿਹੜਾ ਪਹਿਲਾ ਮਰਨ ਕਬੂਲ, ਜੀਵਨ ਕੀ ਛੱਡ ਆਸ, ਉਹ ਸਭਨਾ ਕੀ ਰੇਣਕਾ ਤੋਂ ਆਓ ਹਮਾਰੇ ਪਾਸ। ਉਹਨਾਂ ਦਾ ਜੀਵਨ ਐਸਾ ਹੈ, ਉਹਨਾਂ ਨੇ ਮਰਨ ਨੂੰ ਪਹਿਲਾਂ ਹੀ ਕਬੂਲ ਕੀਤਾ। ਇਸ ਕਰਕੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋ ਖੰਡੇ ਬਾਟੇ ਦਾ ਅੰਮ੍ਰਿਤ ਪੰਜੇ ਪਿਆਰਾਂ ਨੂੰ ਜਿਹੜਾ ਹੈ ਮਹਾਰਾਜ ਨੇ ਦਿੱਤਾ, ਪਹਿਲਾਂ ਉਹਨਾਂ ਦੇ ਸਿਰ ਲਏ ਹਨ। ਸਿਰ ਜਿਹੜੇ ਹਨ ਭੇਟਾ ਲੈ ਕੇ ਫਿਰ ਸਤਿਗੁਰਾਂ ਨੇ ਉਹਨਾਂ ਨੂੰ ਸੁਰਜੀਤ ਕਰਕੇ ਅੰਮ੍ਰਿਤ ਛਕਾਇਆ। ਤੇ ਇਸ ਕਰਕੇ ਜਿਵਿੰਦਿਆਂ ਮਰਨਾ ਇਹ ਸਤਿਗੁਰਾਂ ਦਾ ਮਾਰਗ ਹੈ ਕਿ ਇਹ ਮਾਰਗ ਤੇ ਜਿਹੜਾ ਹਨ ਮੁਰਦਾ ਹੋਏ ਮੁਰੀਦ, ਕਿ ਮੁਰੀਦ ਜਿਹੜਾ ਹੋਣਾ ਚਾਹੀਦਾ ਉਹ ਮੁਰਦਾ ਹੋਣਾ ਚਾਹੀਦਾ ਹੈ। ਉਹ ਜਿਹੜਾ ਹਨ ਗੁਰੂ ਦੀ ਗੋਰ ਵਿੱਚ ਤਾਂ ਜਾ ਕੇ ਸਮਾਉਂਦਾ ਹੈ। ਜੀਵਨ ਮੁਕਤ ਬਖਾਣੀਐ। ਦੇਖੋ ਉਹ ਜੀਵਨ ਮੁਕਤ ਨੇ, ਉਹ ਜਿਹੜੇ ਹਨ ਜੀਵਨ ਵਿੱਚ ਜਿਉਂਦਿਆਂ ਹੋਇਆਂ ਉਹ ਮੁਕਤ ਰੂਪ ਹਨ। ਜਿਸ ਤਰ੍ਹਾਂ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਨੇ ਜੋ 48 ਸਿੰਘਾਂ ਨੂੰ ਮਹਾਰਾਜ ਨੇ ਜਿਹੜੇ ਹਨ ਗੁਰਬਾਣੀ ਦੇ ਅਰਥ ਪੜ੍ਹਾਏ ਦਮਦਮਾ ਸਾਹਿਬ ਵਿਖੇ, ਤੇ ਉਹਨਾਂ ਨੂੰ ਜਿਹੜਾ ਸੰਥਿਆ ਕਰਾਈ ਤੇ ਉਹ ਵਿਦੇਹ ਮੁਕਤ ਹੋ ਗਏ। ਜਿਨ੍ਹਾਂ ਵਿੱਚੋਂ ਬਾਬਾ ਦੀਪ ਸਿੰਘ ਤੇ ਭਾਈ ਮਨੀ ਸਿੰਘ ਸ਼ਹੀਦ ਨੂੰ ਮਹਾਰਾਜ ਨੇ ਫਿਰ ਅੱਗੇ ਪ੍ਰਚਾਰ ਵਾਸਤੇ ਟਕਸਾਲਾਂ ਚਲਾਈਆਂ। ਦੇ ਜੀਵਨ ਮੁਕਤ ਨੇ, ਉਹ ਵਿਦੇਹ ਮੁਕਤ ਹੋ ਜਾਂਦੇ ਨੇ। ਉਹਨਾਂ ਨੂੰ ਇਹ ਸਰੀਰ ਦੀ ਲੋੜ ਨਹੀਂ। ਆਮ ਇਨਸਾਨ ਤਾਂ ਸਰੀਰ ਦੀ ਲੋੜ ਹੈ ਜੀਉਣ ਵਾਸਤੇ, ਪਰ ਗੁਰਸਿੱਖ ਗੁਰਮੁਖਾਂ ਨੂੰ ਉਹ ਜੀਵਨ ਨੂੰ ਉਹਨਾਂ ਦੀ ਲੋੜ ਪੈ ਜਾਂਦੀ ਹੈ, ਕਿਉਂਕਿ ਉਹ ਜੀਵਨ ਨੂੰ ਸਫਲਾ ਕਰਕੇ ਜਾਂਦੇ ਹਨ। ਮਰ ਮਰ ਜੀਵਨ ਡੁੱਬ ਡੁੱਬ ਤਰਨਾ। ਦੇਖੋ ਮਰ ਜੀਵਨ, ਉਹਨਾਂ ਦਾ ਜੀਵਨ ਜਿਹੜਾ ਹੈ ਐਸਾ ਉੱਚੇ ਜਿਹੜੇ ਹਨ ਮੰਡਲਾਂ ਵਾਲਾ ਹੁੰਦਾ ਹੈ। ਉਹ ਮਰ ਜੀਵਨ, ਉਹ ਜਿਹੜਾ ਹਨ ਮਾਇਆ ਨੂੰ ਜਿਹੜਾ ਹਨ ਮਾਇਆ ਤੋਂ ਮਰ ਕੇ ਪਰਮਾਤਮਾ ਵੱਲ ਜਿਉਂਦੇ ਹਨ। ਉਹ ਆਪਣੀਆਂ ਵਾਸ਼ਨਾਵਾਂ ਵੱਲੋਂ ਮਰ ਕੇ ਪਰਮਾਤਮਾ ਦੀ ਭਗਤੀ ਵੱਲ ਜਿਉਂਦੇ ਹਨ। ਉਹਨਾਂ ਨੇ ਜਿਹੜੀਆਂ ਹਨ ਵਾਸ਼ਨਾਵਾਂ ਛੱਡ ਕੇ ਪਰਮਾਤਮਾ ਨੂੰ ਅਪਣਾਇਆ ਹੈ। ਉਹਨਾਂ ਨੇ ਆਪਣੇ ਜੀਵਨ ਆਪਣੇ ਜਿਹੜੇ ਹਨ ਜੀਵਨ ਵਿੱਚ ਆਪਣੇ ਸਰੀਰ ਦਾ ਜਿਹੜਾ ਹਨ ਧਿਆਨ ਛੱਡ ਕੇ ਪਰਮਾਤਮਾ ਦੀ ਭਗਤੀ ਵੱਲ ਆਇਆ ਹੈ। ਇਸ ਕਰਕੇ ਜਿਹੜਾ ਹੈ ਉਹ ਜਿਹੜਾ ਹਨ ਉਸ ਗੁਰਸਿੱਖ ਜਿਹੜੇ ਐਸੇ ਹਨ, ਉਹਨਾਂ ਨੇ ਆਪਣਾ ਮਨ ਜਿਹੜਾ ਹੈ ਗੁਰੂ ਸਾਹਿਬ ਦੇ ਨਾਮ ਰੂਪੀ ਜਲ ਵਿੱਚ ਡੋਬ ਦਿੱਤਾ ਹੈ। ਡੋਬ ਕਰਕੇ ਜਿਹੜਾ ਹਨ ਉਹ ਜਿਉਂਦੇ ਹਨ। ਡੁੱਬ ਡੁੱਬ ਤਰਨਾ, ਉਹਨਾਂ ਨੇ ਆਪਣਾ ਮਨ ਗੁਰੂ ਬਾਣੀ ਵਿੱਚ ਡੋਬ ਦਿੱਤਾ, ਗੁਰੂ ਪਰਮੇਸ਼ਰ ਦੇ ਨਾਮ ਵਿੱਚ ਡੋਬ ਦਿੱਤਾ। ਉਹਨਾਂ ਨੇ ਜਿਹੜਾ ਹੈ ਆਪਣਾ ਮਨ ਗੁਰੂ ਦੇ ਪ੍ਰੇਮ ਵਿੱਚ ਡੋਬ ਦਿੱਤਾ, ਜਿਹਦੇ ਕਰਕੇ ਉਹਨਾਂ ਦਾ ਤਰਨਾ ਹੋਇਆ। ਉਹ ਤਰ ਜਾਂਦੇ ਨੇ ਕਿਉਂਕਿ ਉਹ ਆਪਣੇ ਆਪ ਵਿੱਚ ਕੁਝ ਨਾ ਰਹੇ। ਸ਼ਬਦ ਸੁਰਤ ਲਿਵ ਲੀਨ ਹੋਏ। ਸ਼ਬਦ ਦੇ ਵਿੱਚ ਆਪਣੀ ਸੁਰਤੀ ਨੂੰ ਜੋੜ ਕਰਕੇ ਉਹ ਪਰਮਾਤਮਾ ਦੇ ਧਿਆਨ ਵਿੱਚ ਲਿਵਲੀਨ ਹੋ ਗਏ, ਇੱਕਮਿਕ ਹੋ ਗਏ। ਧਿਆਤਾ ਧਿਆਨ ਤੇ ਧੇ ਇਹ ਜਿਹੜੇ ਹਨ ਸਾਰੇ ਦੂਰ ਹੋ ਗਏ, ਇੱਕ ਰੂਪ ਹੋ ਗਏ। ਆਪਿਓ ਪੀਣ ਤੈ ਔਚਰ ਚਰਨਾ। ਦੇਖੋ ਜਿਹੜਾ ਔਚਰ ਹੈ, ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਨੇ, ਇਹ ਸਾਰੇ ਕਹਿਣਗੇ ਇਹਨਾਂ ਤੋਂ ਚਰਨਾ, ਇਹਨਾਂ ਨੂੰ ਚਰ ਦਿੱਤਾ, ਇਹਨਾਂ ਨੂੰ ਦੂਰ ਕਰ ਦਿੱਤਾ। ਤੇ ਗੁਰਸਿੱਖਾਂ ਨੇ ਆਪਿਓ ਪੀਣ, ਆਪਿਓ ਜਿਹੜਾ ਨਹੀਂ ਪੀਤਾ ਜਾਂਦਾ ਪਰਮਾਤਮਾ ਦਾ ਨਾਮ, ਉਹ ਪੀ ਲਿਆ, ਉਹ ਨਾਮ ਜਪ ਲਿਆ, ਉਹ ਅੰਮ੍ਰਿਤ ਦਿੱਤਾ ਹੋਇਆ ਖੰਡੇ ਬਾਟੇ ਦਾ ਉਹਨਾਂ ਨੇ ਛਕ ਲਿਆ, ਜਿਹਦੇ ਕਰਕੇ ਉਹਨਾਂ ਦੇ ਸਾਰੇ ਵਿਕਾਰ ਚਰ ਗਏ, ਦੂਰ ਹੋ ਗਏ। ਅਨਹਦ ਨਾਦ ਅਵੇਸ ਕਰ। ਦੇਖੋ ਅਨਹਦ ਜੋ ਨਹੀਂ ਹੱਦ ਵਾਲਾ, ਹੱਦ ਤੋਂ ਪਰੇ ਜਿਹੜਾ ਪਰਮੇਸ਼ਰ ਦਾ ਸ਼ਬਦ ਹੈ, ਪਰਮੇਸ਼ਰ ਦਾ ਨਾਮ ਹੈ, ਉਸ ਦੇ ਨਾਦ ਦੇ ਵਿੱਚ ਉਹਨਾਂ ਨੇ ਅਵੇਸ਼ ਪ੍ਰਵੇਸ਼ ਕਰ ਲਿਆ। ਅੰਮ੍ਰਿਤ ਬਾਣੀ ਨਿਚਰ ਚਰਨਾ। ਉਹਨਾਂ ਦੇ ਅੰਦਰੋਂ ਹੀ ਅੰਦਰ ਅੰਮ੍ਰਿਤ ਬਾਣੀ ਜੋ ਧੁਰਕੀ ਬਾਣੀ ਹੈ ਅੰਦਰੋਂ ਹੀ ਅੰਦਰ ਪ੍ਰਗਟ ਹੋ ਜਾਂਦੀ ਹੈ। ਉਸ ਦੇ ਬਾਅਦ ਨਿਜਰ ਝਰਨਾ, ਉਸ ਦੇ ਉਚਾਰਨ ਦੇ ਵਿੱਚ, ਉਸੇ ਸ਼ਬਦ ਦੇ ਵਿਚਾਰ ਦੇ ਵਿੱਚ ਉਹੀ ਅੰਮ੍ਰਿਤ ਨੂੰ ਉਹ ਪੀਂਦੇ ਹਨ ਜੋ ਹਮੇਸ਼ਾ ਹੀ ਜਿਹੜਾ ਹੈ ਬਿਨਾਂ ਹੱਦ ਤੋਂ ਝਰਦਾ ਹੈ। ਇਸ ਪ੍ਰਕਾਰ ਕਰਕੇ ਜਿਹੜੇ ਗੁਰਸਿੱਖ ਨੇ ਉਹਨਾਂ ਨੂੰ ਜਿਹੜਾ ਜਿੱਥੇ ਬਖਸ਼ਿਸ਼ ਹੁੰਦੀ ਹੈ, ਜਿਵੇਂ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਆਪਣੀ ਕਥਾ ਵਿੱਚ ਦੱਸਦੇ ਹਨ, ਕਈ ਗੁਰਸਿੱਖਾਂ ਨੂੰ ਜਿਨ੍ਹਾਂ ਨੂੰ ਇਹ ਅਵਸਥਾ ਪ੍ਰਾਪਤ ਹੁੰਦੀ ਨੇ, ਉਹਨਾਂ ਨੂੰ ਸੁਨਹਿਰੀ ਅੱਖਰ ਦਿਸਣੇ ਸ਼ੁਰੂ ਹੋ ਜਾਂਦੇ ਨੇ। ਉਹਨਾਂ ਨੂੰ ਸਾਰੀ ਗੁਰਬਾਣੀ ਗੋਲ ਦੇ ਵਿੱਚ ਦਿਖਾਈ ਦੇਣੀ ਸ਼ੁਰੂ ਕਰ ਦਿੰਦੀ ਹੈ। ਪਿਆਂ ਸੁੱਤਿਆਂ ਵੀ ਉਹੀ ਗੁਰਬਾਣੀ ਦੇ ਦਰਸ਼ਨ ਹੁੰਦੇ ਨੇ, ਜਾਗਦਿਆਂ ਵੀ ਉਹੀ ਬਾਣੀ ਦੇ ਦਰਸ਼ਨ ਹੁੰਦੇ ਨੇ। ਉਹਨਾਂ ਦੀ ਅਵਸਥਾ ਹੀ ਸਾਰੀ ਉਸੇ ਬਾਣੀ ਵਿੱਚ ਲੀਨ ਹੋਣ ਦੀ ਹੋ ਜਾਂਦੀ ਹੈ। ਉਹਨਾਂ ਦਾ ਜੀਵਨ ਜਿਹੜਾ ਸਵਾਸ ਕਰਕੇ ਪਰਮੇਸ਼ਰ ਦੇ ਨਾਮ ਵਿੱਚ ਹੀ ਲੀਨ ਹੋ ਜਾਂਦੇ ਹਨ। ਕਾਰਨ ਸਮਰੱਥ
ਨਾਥ ਹੋਏ। ਉਹ ਕਾਰਨ ਕਰਨ ਭਾਵੇਂ ਦੇਖੋ ਇਹ ਨਾਮ ਦੀ ਬਰਕਤ ਹੈ, ਇਹ ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਕਿਰਪਾ ਦਾ ਸਦਕਾ ਹੈ ਕਿ ਗੁਰਸਿੱਖਾਂ ਦੇ ਵਿੱਚ ਗੁਰਮੁਖਾਂ ਦੇ ਵਿੱਚ ਉਹ ਸ਼ਕਤੀ ਆ ਜਾਂਦੀ ਹੈ। ਉਹ ਜੋ ਮਰਜ਼ੀ ਕਰ ਲੈਣ, ਜੋ ਮਰਜ਼ੀ ਕਿਸੇ ਤੋਂ ਕਰਾ ਲੈਣ, ਉਹ ਸਾਰੀਆਂ ਸ਼ਕਤੀਆਂ ਦੇ ਮਾਲਕ ਹੋ ਜਾਂਦੇ ਨੇ। ਜਿਵੇਂ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਜੋ ਪਹਿਲੀ ਰਾਤ ਦਿੱਲੀ ਵਿੱਚ ਆਏ ਤਾਂ ਉਹਨਾਂ ਨੂੰ ਭੂਤਾਂ ਦੀ ਹਵੇਲੀ ਵਿੱਚ ਬੰਦ ਕੀਤਾ ਤੇ ਬਾਹਰ ਜਿਹੜੇ ਗੁਰਸਿੱਖ ਪੰਜ ਨਾਲ ਆਏ ਸਨ ਉਹ ਬਾਹਰ ਸਨ ਹਵੇਲੀ ਤੋਂ। ਗੁਰੂ ਤੇਗ ਬਹਾਦਰ ਸਾਹਿਬ ਜੀ ਇਕੱਲੇ ਹੀ ਸਨ ਉਹ ਹਵੇਲੀ ਦੇ ਵਿੱਚ। ਔਰੰਗਜ਼ੇਬ ਨੇ ਸੋਚਿਆ ਸੀ ਵੀ ਇਹਨਾਂ ਨੂੰ ਡਰਾ ਕੇ ਧਮਕਾ ਕੇ ਅਸੀਂ ਮਨਾ ਲਾਂਗੇ, ਇਹਨਾਂ ਨੂੰ ਮੁਸਲਮਾਨ ਬਣਾ ਲਾਂਗੇ। ਸੋ ਉਸ ਵੇਲੇ ਰਾਤ ਵੇਲੇ ਜੋ ਉਹ ਹਵੇਲੀ ਵਿੱਚ ਰਹਿਣ ਵਾਲੇ ਦੈਂਤ ਭੂਤ ਪ੍ਰੇਤ ਪਿਸ਼ਾਚ ਸਾਰੇ ਆਏ ਮਹਾਰਾਜ ਨੂੰ ਡਰਾਉਣ ਵਾਸਤੇ, ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਅਡੋਲ ਬੈਠੇ ਰਹੇ ਤੇ ਅਖੀਰ ਕਰ ਉਹਨਾਂ ਭੂਤਾਂ ਪ੍ਰੇਤਾਂ ਦੈਂਤਾਂ ਨੇ ਆ ਕੇ ਮੱਥਾ ਟੇਕਿਆ। ਸਤਿਗੁਰਾਂ ਤੋਂ ਜਿਹੜੀ ਹਨ ਇਹੀ ਬੇਨਤੀ ਕੀਤੀ, ਸਤਿਗੁਰੂ ਜੀ ਕੁਝ ਸੇਵਾ ਬਖਸ਼ ਦਿਓ। ਮਹਾਰਾਜ ਕਹਿੰਦੇ ਤੁਹਾਡੀ ਖੁਸ਼ੀ ਹੈ। ਉਹ ਜਿਹੜੇ ਹਨ ਚੱਲ ਕਰਕੇ ਜਾ ਕੇ ਗੰਨੇ ਲੈ ਕੇ ਆਏ ਸਤਿਗੁਰਾਂ ਨੂੰ ਛਕਣ ਵਾਸਤੇ, ਕਿਉਂਕਿ ਕੱਚਾ ਭੋਜਨ ਹੀ ਸਤਿਗੁਰੂ ਛਕ ਸਕਦੇ ਸਨ। ਤੋਂ ਉਸ ਵੇਲੇ ਉਹਨਾਂ ਨੇ ਉਹ ਗੰਨੇ ਲਿਆਂਦੇ ਤੇ ਸਤਿਗੁਰਾਂ ਨੇ ਉਹਨਾਂ ਨੂੰ ਚੁੱਪਣਾ ਕੀਤਾ ਤੇ ਉਹਨਾਂ ਦੇ ਛੱਲੜ ਜਿਹੜੇ ਸਨ ਹਵੇਲੀ ਤੋਂ ਬਾਹਰ ਛੱਟੇ ਤੇ ਬਾਹਰ ਬੈਠੇ ਭਾਈ ਮਤੀ ਦਾਸ ਜੀ ਨੇ ਚੁੱਕ ਕਰਕੇ ਉਹ ਚੁੱਪੇ ਹੋਏ ਜਿਹੜੇ ਸਨ ਉਹ ਆਪਣੇ ਮੂੰਹ ਵਿੱਚ ਪਾ ਲਏ ਤੇ ਭਾਈ ਮਤੀ ਦਾਸ ਦੇ ਵਿੱਚ ਇੰਨੀ ਸ਼ਕਤੀ ਆ ਗਈ ਤੇ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੂੰ ਦੂਸਰੇ ਦਿਨ ਕਹਿਣ ਲੱਗੇ, ਪਾਤਸ਼ਾਹ ਜੀ ਆਗਿਆ ਦੇ ਦਿਓ, ਇੱਕ ਹੱਥ ਵਿੱਚ ਮੈਂ ਦਿੱਲੀ ਨੂੰ ਫੜ ਲਵਾਂਗਾ, ਦੂਜੇ ਹੱਥ ਵਿੱਚ ਮੈਂ ਲਾਹੌਰ ਨੂੰ, ਦੋਨਾਂ ਨੂੰ ਐਸਾ ਮੈਂ ਤੋੜ ਦਵਾਂਗਾ ਜਿਵੇਂ ਕੋਈ ਗਿੱਧਾ ਪਾਉਂਦਾ ਹੁੰਦਾ ਹੈ। ਪਾਤਸ਼ਾਹ ਜੀ ਆਗਿਆ ਦੇ ਦਿਓ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ, ਮਤੀ ਦਾਸ ਅਜਰ ਨੂੰ ਜਰਨਾ ਸਿੱਖੋ। ਕਹਿੰਦੇ ਇਹ ਸਾਡਾ ਹੁਕਮ ਹੈ, ਇਹ ਸਾਡੀ ਮਰਜ਼ੀ ਵਿੱਚ ਹੋ ਰਿਹਾ ਹੈ। ਕਹਿੰਦੇ ਮਤੀ ਦਾਸ ਮੱਥਾ ਟੇਕੋ। ਜੋ ਭਾਈ ਮਤੀ ਦਾਸ ਨੇ ਮੱਥਾ ਟੇਕਿਆ, ਸਤਿਗੁਰਾਂ ਨੇ ਉਹਨਾਂ ਦਾ ਹੱਥ ਦੱਬ ਕੇ ਸਾਰੀ ਸ਼ਕਤੀ ਖਿੱਚ ਲਈ। ਭਾਈ ਮਤੀ ਦਾਸ ਸਤਿਗੁਰਾਂ ਦੀ ਚਰਨੀ ਪੈ ਗਿਆ। ਪਾਤਸ਼ਾਹ ਜੀ ਅਸੀਂ ਜਿਹੜੇ ਹਾਂ ਆਪ ਜੀ ਦਾ ਦੁੱਖ ਨਹੀਂ ਦੇਖ ਸਕਦੇ। ਪਾਤਸ਼ਾਹ ਜੀ ਆਪ ਜੀ ਇੰਨੇ ਕਸ਼ਟ ਆਪਣੇ ਸਰੀਰ ਤੇ ਸਹਾਰਦੇ ਹੋ। ਪਾਤਸ਼ਾਹ ਜੀ ਆਪ ਜੀ ਦੇ ਸਾਰੇ ਦੁੱਖ ਸਾਨੂੰ ਦੇ ਦਿਓ। ਮਹਾਰਾਜ ਜੀ ਕਹਿਣ ਲੱਗੇ ਭਾਈ ਮਤੀ ਦਾਸ ਨੂੰ, ਮਤੀ ਦਾਸ ਕੋਈ ਗੱਲ ਨਹੀਂ, ਮਤੀ ਦਾਸ ਤੇਰਾ ਵੀ ਸਰੀਰ ਲੇਖੇ ਵਿੱਚ ਲੱਗਣਾ ਹੈ, ਤੇਰੀ ਵੀ ਕੁਰਬਾਨੀ ਹੋਵੇਗੀ ਤੇ ਇਹ ਜਿਹੜਾ ਪੰਥ ਜਿਹੜਾ ਅਸੀਂ ਸਾਜਿਆ ਹੈ, ਇਹ ਪੰਥ ਨੂੰ ਜਿਹੜਾ ਹੈ ਅਸੀਂ ਅੱਗੇ ਲੈ ਕੇ ਜਾਣਾ, ਜਿਹੜੇ ਪੰਥ ਵਿੱਚੋਂ ਇਨਸਾਨ ਰੱਬ ਬਣਿਆ ਕਰੇਗਾ। ਦੇਖੋ ਐਸਾ ਹੀ ਗੁਰੂ ਸਾਹਿਬ ਜੀ ਦੀ ਕਿਰਪਾ ਹੈ। ਸੋ ਕਾਰਨ ਕਰਨ, ਸਾਰੇ ਕਾਰਨ ਨੂੰ ਕਰਨ ਵਾਲੀ ਭਾਵੇਂ ਸ਼ਕਤੀ ਗੁਰਸਿੱਖਾਂ ਵਿੱਚ ਹੈ, ਫਿਰ ਵੀ ਸਤਿਗੁਰੂ ਜੀ ਆਗਿਆ ਨਹੀਂ ਕਰਦੇ। ਸਿੱਖ ਭਾਣੇ ਵਿੱਚ ਰਹਿੰਦੇ ਹਨ ਖੁਸ਼ੀ ਨਾਲ। ਕਾਰਨ ਕਰਨ ਨਾ ਕਾਰਨ ਕਰਨਾ। ਦੇਖੋ ਕਾਰਨ ਕਰਨ, ਜੋ ਕਾਰਨ ਨੂੰ ਕਰਨਾ ਹੈ, ਜੋ ਕਰਨਾ ਚਾਹੀਦਾ ਹੈ, ਨਾ ਕਾਰਨ ਕਰਨਾ ਉਹ ਨਹੀਂ ਕਰਦੇ, ਆਪਣੇ ਮਤਲਬ ਵਾਸਤੇ ਨਹੀਂ ਕਰਦੇ, ਉਹ ਭਾਣੇ ਵਿੱਚ ਰਹਿੰਦੇ ਹਨ। ਜਿਵੇਂ ਭਾਈ ਗੁਰਮੁਖ ਗੁਰੂ ਅਰਜਨ ਦੇਵ ਜੀ ਸੱਚੇ ਪਾਤਸ਼ਾਹ ਜੀ ਨੂੰ ਇੱਕ ਵਾਰ ਕਹਿਣ ਲੱਗੇ ਕਿ ਸਾਨੂੰ ਗੁਰਮੁਖਾਂ ਦੇ ਦਰਸ਼ਨ ਕਰਾਓ ਜੋ ਸੱਚੇ ਗੁਰਮੁਖ ਹੋਣ, ਜੋ ਅਸਲ ਗੁਰਮੁਖ ਹੋਣ। ਮੇਰਾ ਤਾਂ ਨਾਂ ਗੁਰਮੁਖ ਹੈ ਪਰ ਮੈਂ ਅਸਲ ਗੁਰਮੁਖ ਦੇ ਦਰਸ਼ਨ ਕਰਨਾ ਚਾਹੁੰਦਾ ਹਾਂ। ਸਤਿਗੁਰਾਂ ਨੇ ਉਹਨਾਂ ਨੂੰ ਭਾਈ ਭਿਖਾਰੀ ਵੱਲ ਭੇਜਿਆ। ਭਾਈ ਭਿਖਾਰੀ ਦੇ ਘਰ ਵਿੱਚ ਜਾਂਦੇ ਨੇ, ਵਿਆਹ ਦੀਆਂ ਤਿਆਰੀਆਂ ਹੋ ਰਹੀਆਂ ਨੇ। ਭਾਈ ਭਿਖਾਰੀ ਇੱਕ ਸਾਫ ਨੂੰ ਉਨ ਰਿਹਾ ਹੈ, ਜਿਹੜੀ ਸਾਫ ਆਮ ਕਰਕੇ ਮੁਰਦੇ ਵਾਸਤੇ, ਮਰੇ ਹੋਏ ਬੰਦੇ ਵਾਸਤੇ ਵਰਤੀ ਜਾਂਦੀ ਹੈ, ਉਸ ਦੇ ਕਿਰਿਆ ਕਰਮ ਵਾਸਤੇ। ਤੇ ਭਾਈ ਗੁਰਮੁਖ ਦੇਖ ਕੇ ਹੈਰਾਨ ਹੈ, ਘਰ ਵਿੱਚ ਖੁਸ਼ੀਆਂ ਹੋ ਰਹੀਆਂ ਨੇ ਤੇ ਇੱਕ ਕਮਰੇ ਵਿੱਚ ਬੈਠੇ ਇਕੱਲੇ ਭਾਈ ਭਿਖਾਰੀ ਜੀ ਵਾਹਿਗੁਰੂ ਵਾਹਿਗੁਰੂ ਕਰਦੇ ਉਹ ਸਾਫ ਜਿਹੜੀ ਹੈ ਉਹ ਬਣਾ ਰਹੇ ਹਨ। ਤੇ ਉੱਥੇ ਕੀ ਹੁੰਦਾ ਹੈ, ਦੂਸਰੇ ਦਿਨ ਵਿਆਹ ਵਾਸਤੇ ਜੰਨ ਚੜ੍ਹਦੀ ਹੈ। ਮੁਰਦਿਆਂ ਹੋਇਆਂ ਨੂੰ ਭਾਈ ਭਿਖਾਰੀ ਜੀ ਦਾ ਜਿਹੜਾ ਪੁੱਤਰ ਸੀ, ਜਿਹੜਾ ਹੁਣੇ ਵਿਆਹ ਕੇ ਲਿਆਂਦੀ ਨੂੰ, ਉਹ ਰਸਤੇ ਵਿੱਚ ਸੂਲ ਉੱਠਦਾ ਤੇ ਰਸਤੇ 'ਚ ਉਹ ਆਪਣਾ ਸਰੀਰ ਛੱਡ ਜਾਂਦਾ, ਮਰ ਜਾਂਦਾ ਵਿਚਾਰਾ। ਤੇ ਉਹਦੀ ਲਾਸ਼ ਹੀ ਘਰ ਨੂੰ ਆਉਂਦੀ ਹੈ। ਭਾਈ ਭਿਖਾਰੀ ਨੇ ਉਹੀ ਸਾਬ ਜਿਹੜੀ ਤਿਆਰ ਕੀਤੀ ਉਹ ਲਿਆ ਕੇ ਮੂਹਰੇ ਰੱਖਤੀ, ਸਮੱਗਰੀ ਸਾਰੀ ਤਿਆਰ ਸੀ, ਉਵੇਂ ਲਿਆ ਕੇ ਰੱਖ ਦਿੱਤੀ। ਭਾਈ ਗੁਰਮੁਖ ਜੀ ਬੜੇ ਹੈਰਾਨ ਨੇ। ਤੇ ਭਾਈ ਭਿਖਾਰੀ ਨੂੰ ਜਦੋਂ ਸਾਰਾ ਸੰਸਕਾਰ ਦਾ ਪ੍ਰਬੰਧ ਪੂਰਾ ਹੋ ਗਿਆ, ਸਾਰਾ ਕਾਰਜ ਹੋ ਗਿਆ, ਭਾਈ ਗੁਰਮੁਖ ਦੇ ਅੱਖਾਂ ਵਿੱਚੋਂ ਅਥਰੂ ਆ ਗਏ। ਕਹਿੰਦੇ ਭਾਈ ਭਿਖਾਰੀ ਤੁਹਾਨੂੰ ਪਤਾ ਸੀ ਤੁਹਾਡੇ ਪੁੱਤਰ ਨੇ ਜਿਹੜਾ ਹਨ ਵਿਆਹ ਕੇ ਘਰ ਤੱਕ ਵੀ ਨਹੀਂ ਪਹੁੰਚਣਾ, ਇਸ ਕਰਕੇ ਤਾਂ ਤੁਸੀਂ ਪਹਿਲੀ ਤਿਆਰੀ ਕਰੀ ਬੈਠੇ ਸੋ, ਤੇ ਇਹ ਗੱਲ ਤੁਸੀਂ ਕਿਉਂ ਨਾ ਹਟਾਈ? ਗੁਰੂ ਅੱਗੇ ਜਿਹੜਾ ਅਰਦਾਸ ਕਰ ਦਿੰਦੇ, ਥੋੜੇ ਜਿਹੜਾ ਹਨ ਬੱਚੇ ਦਾ ਜਿਹੜਾ ਹਨ ਉਮਰ ਲੰਮੀ ਹੋ ਜਾਂਦੀ, ਸਤਿਗੁਰੂ ਜੀ ਮੌਤ ਨੂੰ ਟਾਲ ਦਿੰਦੇ, ਜਾਂ ਫਿਰ ਐਸਾ ਕਰਦੇ ਵਿਆਹ ਨਾ ਕਰਦੇ। ਵਿਚਾਰੀ ਨੂੰਹ ਨੂੰ ਕਿਉਂ ਤੁਸੀਂ ਔਖਾ ਕੀਤਾ? ਉਹ ਤਾਂ ਵਿਚਾਰੀ ਜਿਹੜੇ ਹੁਣੇ ਵਿਆਹ ਕੇ ਆਈ ਤੇ ਵਿਧਵਾ ਹੋ ਗਈ। ਕਿ ਇਸ ਕਰਕੇ ਜਿਹੜਾ ਭਾਈ ਭਿਖਾਰੀ ਜੀ ਨੇ ਉਸ ਵੇਲੇ ਭਾਈ ਗੁਰਮੁਖ ਦੱਸਿਆ ਵੀ ਭਾਣੇ ਵਿੱਚ ਰਹਿਣਾ ਹੈ, ਭਾਵੇਂ ਪਤਾ ਵੀ ਹੋਵੇ ਫਿਊਚਰ ਕੀ ਹੈ, ਫਿਊਚਰ ਨੂੰ ਬਦਲਣਾ ਨਹੀਂ। ਉਹਦੇ ਵਾਸਤੇ ਸਤਿਗੁਰਾਂ ਤੋਂ ਅਰਦਾਸ ਹੀ ਕਰਨੀ ਹੈ, ਮਹਾਰਾਜ ਇੰਨੀ ਸਮਰੱਥਾ ਦੇ ਦਿਓ ਕਿ ਤੁਹਾਡਾ ਭਾਣਾ ਸਾਨੂੰ ਮਿੱਠਾ ਲੱਗੇ।
ਤੇਰਾ ਕੀਆ ਮੀਠਾ ਲਾਗੇ। ਇਹੀ ਜਿਹੜਾ ਹੈ ਗੁਰਮੁਖਾਂ ਦਾ ਜਿਹੜਾ ਹੈ ਜੀਵਨ ਹੈ। ਪਤਤ ਉਦਾਹਰਨ ਅਸਰਨ ਸਰਣਾ। ਦੇਖੋ ਫਿਰ ਗੁਰਮੁਖਾਂ ਵਿੱਚ ਕਿੰਨੀ ਕੁ ਸ਼ਕਤੀ ਆਉਂਦੀ ਹੈ, ਉਹ ਪਾਪੀਆਂ ਨੂੰ ਵੀ ਪਵਿੱਤਰ ਕਰ ਦਿੰਦੇ ਨੇ। ਜਿਵੇਂ ਭਾਈ ਪਿਰਾਣਾ ਜੀ ਜਿਹੜੇ ਹਨ, ਜਦੋਂ ਉਹਨਾਂ ਨੇ ਆਪਣਾ ਸਰੀਰ ਛੱਡਣਾ ਨਹੀਂ 7 ਦਿਨ ਪਹਿਲਾਂ ਸ਼ਾਹੂਕਾਰ ਉਹਨਾਂ ਨੂੰ ਰਸਤੇ ਵਿੱਚ ਮਿਲਦਾ ਹੈ। ਸ਼ਾਹੂਕਾਰ ਨੇ ਦੇਖਿਆ ਭਾਈ ਪਿਰਾਣੇ ਨੂੰ, ਕਹਿੰਦਾ ਭਾਈ ਮੇਰਾ ਸਮਾਨ ਮੇਰੇ ਨਾਲ ਚੁੱਕ ਕੇ ਮੇਰੇ ਪਿੰਡ ਛੱਡ ਦਿਓ, ਮੈਂ ਤੁਹਾਨੂੰ ਪੈਸੇ ਦੇ ਦੇਵਾਂਗਾ, ਕਿਰਾਇਆ ਦੇ ਦੇਵਾਂਗਾ। ਭਾਈ ਪਿਰਾਣਾ ਜੀ ਕਹਿੰਦੇ ਕਿਰਾਇਆ ਨਹੀਂ ਲੈਣਾ, ਰਸਤੇ ਵਿੱਚ ਜਾਂਦਿਆਂ ਹੋਇਆਂ ਤੁਹਾਨੂੰ ਅਸੀਂ ਕਥਾ ਸੁਣਾਵਾਂਗੇ, ਗੁਰੂ ਦੀ ਬਾਣੀ ਸੁਣਾਵਾਂਗੇ, ਉਹ ਤੁਸੀਂ ਸੁਣੀ ਜਾਇਓ, ਬਸ ਇੰਨਾ ਹੀ ਹੈ। ਤੇ ਉਹ ਜਦੋਂ ਪਿੰਡ ਪਹੁੰਚ ਕੇ ਕਈ ਘੰਟਿਆਂ ਬਾਅਦ ਭਾਈ ਪਿਰਾਣਾ ਜੀ ਕਹਿੰਦੇ ਦੇਖੀ ਭਾਈ ਤੇਰੀ ਮੌਤ 7 ਦਿਨਾਂ ਨੂੰ ਹੋ ਜਾਣੀ ਹੈ, ਤੂੰ ਜਾਏਗਾ ਧਰਮਰਾਜ ਕੋਲ, ਧਰਮਰਾਜ ਪੁੱਛੇਗਾ ਵੀ ਤੂੰ ਸੰਗਤ ਕੀਤੀ ਹੈ ਇਹ 2 ਘੜੀਆਂ ਦੀ 1-2 ਘੜੀਆਂ ਦੀ, ਤੂੰ ਉਹਦਾ ਫਲ ਪਹਿਲਾਂ ਲੈਣਾ ਹੈ ਜਾਂ ਤੂੰ ਆਪਣੇ ਮਾੜੇ ਕਰਮਾਂ ਦਾ ਫਲ ਪਹਿਲਾਂ ਲੈਣਾ। ਕਹਿੰਦੇ ਤੂੰ ਕਹਿ ਦੀ ਉਹਨਾਂ ਨੂੰ ਵੀ ਸਾਨੂੰ ਜਿਹੜਾ ਹੈ ਇਹ ਸੰਗਤ ਦਾ ਫਲ ਪਹਿਲਾਂ ਦੇ ਦੇਵੇ। ਤੇ ਪਹਿਲਾਂ ਜਿਹੜਾ ਉਹ ਜਾ ਕੇ ਉਹਨੇ ਐਸਾ ਹੀ ਕੀਤਾ, 7 ਦਿਨਾਂ ਨੂੰ ਮੌਤ ਹੋ ਗਈ, ਉਹ ਚਲਿਆ ਗਿਆ। ਉਸੇ ਤਰ੍ਹਾਂ ਹੀ ਹੋਇਆ ਤੇ ਉਹਨੇ ਧਰਮਰਾਜ ਨੂੰ ਜੋ ਇਹ ਗੱਲ ਦੱਸੀ, ਧਰਮਰਾਜ ਨੇ ਉਹਨੂੰ ਸੱਚਖੰਡ ਭੇਜ ਦਿੱਤਾ ਤੇ ਉੱਥੇ ਸੱਚਖੰਡ ਵਿੱਚ ਬੈਠਾ ਜਿਹੜਾ ਸਤ ਸੰਗਤ ਦਾ ਜਿਹੜਾ ਫਲ ਸੀ ਉਹ ਲੈਣ ਵਾਸਤੇ। ਜਦੋਂ ਸਮਾਂ ਪੂਰਾ ਹੋ ਗਿਆ, ਜਮਦੂਤ ਉਹਨੂੰ ਇਸ਼ਾਰੇ ਕਰਨ ਲੱਗੇ ਵੀ ਭਾਈ ਚੱਲ ਤੂੰ ਉੱਠ ਕੇ ਹੁਣ ਤੈਨੂੰ ਨਰਕਾਂ ਨੂੰ ਲੈ ਕੇ ਜਾਣਾ ਹੈ। ਉਹਦੇ ਨਾਲ ਭਾਈ ਪਿਰਾਣੇ ਨੇ ਹੱਥ ਫੜ ਲਿਆ ਉਹ ਸ਼ਾਹੂਕਾਰ ਦਾ, ਕਹਿੰਦੇ ਭਾਈ ਹੁਣ ਨਾ ਤੂੰ ਜਾਈ, ਤੈਨੂੰ ਇੱਥੋਂ ਕੋਈ ਨਹੀਂ ਉਠਾ ਸਕਦਾ। ਸੋ ਇਸ ਕਰਕੇ ਜਿਹੜਾ ਹੈ ਨਾ ਹੁਣ ਨਾ ਤੂੰ ਜਿਹੜਾ ਹਨ ਉੱਥੇ ਕੋਈ ਵੀ ਨਹੀਂ ਪਹੁੰਚਦਾ। ਜਿੱਥੇ ਪਰਮੇਸ਼ਰ ਦਾ ਨਾਮ ਹੋਵੇ ਨਾ ਉੱਥੇ ਜਿਹੜਾ ਜਮਦੂਤਾਂ ਦਾ ਕੀ ਕੰਮ। ਤੇ ਦੇਖੋ ਉਹਤੇ ਵੀ ਪਰਉਪਕਾਰ ਕਰ ਦਿੱਤਾ ਭਾਈ ਪਿਰਾਣੇ ਨੇ ਤੇ ਉਹਨੂੰ ਸੱਚਖੰਡ ਵਿੱਚ ਰੱਖ ਲਿਆ। ਐਸੀ ਜਿਹੜੀ ਹੈ ਦੇਖੋ ਇਹ ਸ਼ਕਤੀਆਂ ਨੇ ਤੇ ਇਹ ਸਾਖੀਆਂ ਨੂੰ ਦੱਸਣ ਵਾਲੇ ਉਹ ਗੁਰਮੁਖ ਨੇ ਜਿਨ੍ਹਾਂ ਦੀ ਪਹੁੰਚ ਉੱਥੇ ਤੱਕ ਹੈ ਤੇ ਉਹਨਾਂ ਨੇ ਇਹ ਸਾਖੀਆਂ ਲਿਖੀਆਂ ਹਨ। ਦੇਖੋ ਸਤਿਗੁਰੂ ਜੀ ਆਪਣੇ ਸਿੱਖ ਨੂੰ ਸਭ ਕੁਝ ਪ੍ਰਗਟ ਕਰਕੇ ਹੀ ਦੱਸਦੇ ਹਨ, ਭਾਵੇਂ ਇਹ ਦੁਨੀਆ ਦਾ ਹੋਵੇ ਭਾਵੇਂ ਅਗਲੀ ਦੁਨੀਆ ਦਾ ਕਿਉਂ ਨਾ ਹੋਵੇ। ਤੇ ਪਤਤ ਉਦਾਹਰਨ ਸੋ ਪਾਪੀਆਂ ਦਾ ਉਧਾਰ ਕਰਦੇ ਨੇ। ਅਸਰਨ ਸਰਣਾ ਜਿਨ੍ਹਾਂ ਦੀ ਕੋਈ ਸ਼ਰਨ ਨਹੀਂ। ਭਾਈ ਅਦਲ ਜੀ ਜਿਵੇਂ ਹੋਏ ਨੇ ਉਹਨਾਂ ਦੀ ਸ਼ਰਨ ਵਿੱਚ ਭਾਈ ਬਿਧੀ ਚੰਦ ਜੀ ਚੋਰ ਸਨ ਉਸ ਵੇਲੇ, ਉਹਨਾਂ ਨੇ ਜਿਹੜੀਆਂ ਮੱਝਾਂ ਗਾਈਆਂ ਲੋਕਾਂ ਦੀਆਂ ਕੱਢ ਲਈਆਂ ਸਨ ਤੇ ਛੱਪੜ ਵਿੱਚ ਵਾੜ ਦਿੱਤੀਆਂ। ਭਾਈ ਅਦਲ ਜੀ ਦੇ ਕੋਲ ਆਏ, ਭਾਈ ਅਦਲ ਜੀ ਨੇ ਉਹਨਾਂ ਨੂੰ ਗੁਰੂ ਅਰਜਨ ਦੇਵ ਜੀ ਨਾਲ ਜਾ ਜੋੜਿਆ ਤੇ ਭਾਈ ਬਿਧੀ ਚੰਦ ਜੀ ਫਿਰ ਜਿਹੜਾ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ ਬਣ ਕੇ ਗੁਰੂ ਮਹਾਰਾਜ ਨੇ ਬੜਾ ਪ੍ਰੇਮ ਉਹਨਾਂ ਨਾਲ ਕੀਤਾ, ਗੁਰੂ ਹਰਗੋਬਿੰਦ ਸਾਹਿਬ ਜੀ ਨੇ। ਸੋ ਐਸਾ ਬਰਕਤਾਂ ਹੁੰਦੀਆਂ ਨੇ, ਜੋ ਅਸ਼ਰਨ ਹੁੰਦੇ ਨੇ ਉਹਨਾਂ ਨੂੰ ਸ਼ਰਨ ਵਿੱਚ ਲੈ ਕੇ ਆ ਜਾਂਦੇ ਨੇ ਗੁਰਸਿੱਖ। ਐਸਾ ਪਰਉਪਕਾਰ ਦੇਖੋ ਭਲਾ ਹਰ ਕੋਈ ਕਰ ਸਕਦਾ ਹੈ, ਪਰ ਜਿੰਨਾ ਗੁਰਮੁਖ ਭਲਾ ਕਰਦੇ ਆ ਨਾ ਦੁਨੀਆ ਦੇ ਵਿੱਚ ਲੋਕ ਭੁੱਖੇ ਨੂੰ 2 ਰੋਟੀਆਂ ਦੇ ਸਕਦੇ, ਭੁੱਖ ਫੇਰ ਲੱਗ ਜਾਣੀ ਹੈ। 2 ਪੈਸੇ ਤੁਸੀਂ ਕਿਸੇ ਨੂੰ ਦੇ ਦਿਓ, ਇੱਕ ਕਾਰਜ ਸਰ ਜਾਏਗਾ, ਦੂਜਾ ਫਿਰ ਖੜਾ ਰਹੇਗਾ। ਪਰ ਗੁਰਮੁਖ ਜਿਹੜੀ ਦਾਤ ਦਿੰਦੇ ਨੇ ਉਹ ਦਾਤ ਐਸੀ ਹੈ ਜਿਹੜੀ ਹੋਰ ਕਿਤੋਂ ਨਹੀਂ ਮਿਲਦੀ। ਉਹ ਦਾਤ ਉਹ ਹੈ ਕਿ ਮਰਨ ਤੋਂ ਬਾਅਦ ਵੀ ਸੁੱਖ ਮਿਲਦਾ ਹੈ, ਉਹ ਸੁੱਖ ਜਿਹੜਾ ਕੋਈ ਦੇ ਨਹੀਂ ਸਕਦਾ। ਸੋ ਇਹ ਜਿਹੜਾ ਗੁਰਮੁਖਾਂ ਦੀ ਦੇਣ ਹੈ। ਕਰਨ ਕਾਰਨ ਸਮਰੱਥ ਹੋਏ, ਕਾਰਨ ਕਰਨ ਨਾ ਕਾਰਨ ਕਰਨਾ, ਪਤਤ ਉਦਾਹਰਨ ਅਸਰਨ ਸਰਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।